ਪਿਛਲੇ 2-3 ਹਫ਼ਤੇ ਤੋਂ ਅਸੀਂ ਜਿਹੜਾ ਪ੍ਰਭੂ ਦਾ ਵਚਨ ਦੇਖ ਰਹੇ ਹਾਂ ਉਹ ਇੱਕੋ ਚੀਜ਼ ਦੇਖ ਰਹੇ ਹਾਂ ਕਿ ਅਸੀਂ ਜੋ ਲੋਕ ਪ੍ਰਭੂ ਦੇ ਵਿੱਚ ਚੁਣੇ ਗਏ ਹਾਂ, ਅਸੀਂ ਪ੍ਰਭੂ ਦੇ ਵਿੱਚ ਬਹੁਤ ਸੋਹਣੀ ਐਗਜ਼ਾਮਪਲ ਦਿੱਤੀ ਗਈ ਆ ਕਿ ਟੁੱਟੇ ਹੋਏ ਭਾਂਡਿਆਂ ਦੇ ਵਿੱਚ ਪ੍ਰਭੂ ਨੇ ਆਪਣਾ ਖਜ਼ਾਨਾ ਪਾਇਆ। ਕੱਚੇ ਭਾਂਡਿਆਂ ਦੇ ਵਿੱਚ ਉਸਨੇ ਆਪਣਾ ਖਜ਼ਾਨਾ ਪਾਇਆ। ਸੋ ਮਹਿਮਾ ਸਾਡੀ ਨਹੀਂ ਬਲਕਿ ਮਹਿਮਾ ਦੇਣ ਵਾਲੇ ਦੀ ਹੈ। ਗਲੋਰੀ ਇਜ਼ ਨਾਟ ਆਵਰਸ, ਗਲੋਰੀ ਬਿਲੋਂਗਸ ਟੂ ਦ ਲੋਰਡ who put his prayers in this earthly vessels। ਪਿਛਲੇ ਹਫ਼ਤੇ ਅਸੀਂ ਪ੍ਰਭੂ ਦੇ ਵਚਨ ਦੇ ਵਿੱਚੋਂ ਦੀ ਲੰਘਦੇ ਪਏ ਹਾਂ ਯਹੂਨਾ ਦੇ 15ਵੇਂ ਭਾਵ ਦੇ ਵਿੱਚ ਦੀ, ਜਿਸ ਦੇ ਵਿੱਚ ਪ੍ਰਭੂ ਕਹਿ ਰਿਹਾ ਕਿ ਮੈਂ ਬੇਲ ਹਾਂ, ਤੁਸੀਂ ਮੇਰੀਆਂ ਟਾਹਣੀਆਂ। ਪ੍ਰਭੂ ਨੇ ਸਾਨੂੰ ਜਗ੍ਹਾ ਜਗ੍ਹਾ ਤੋਂ ਲਿਆ ਕੇ ਪ੍ਰਭੂ ਯਿਸੂ ਮਸੀਹ ਦੇ ਵਿੱਚ ਲਾਇਆ ਔਰ ਉਹ ਲਾ ਰਿਹਾ, ਅਸੀਂ ਟਾਹਣੀਆਂ। ਕਹਿੰਦਾ ਜਿਹੜੀ ਟਾਹਣੀ ਫਲ ਨਹੀਂ ਦਿੰਦੀ ਉਸ ਨੂੰ ਕੱਟ ਦਿੰਦਾ। ਜਿਹੜੀ ਟਾਹਣੀ ਆਵਾਗੁਣ ਆਪਣੇ ਹੀ ਰਸਤਿਆਂ ਤੇ ਤੁਰੀ ਫਿਰਦੀ ਆ, ਆਪਣੇ ਹੀ ਕੰਮ ਕਰਦੀ ਫਿਰਦੀ ਆ, ਕੱਟਣ ਦਾ ਮਤਲਬ ਇਹ ਨਹੀਂ ਕਿ ਉਸ ਨੂੰ ਉਹ ਮੁੱਢ ਤੋਂ ਹੀ ਲਾ ਦਿੰਦਾ। ਜਿਸ ਤਰ੍ਹਾਂ ਕਿ ਮੈਂ ਅੰਗੂਰ ਦੇ ਵਿੱਚ ਜਿਸ ਵੇਲੇ ਅੰਗੂਰ ਦੀਆਂ ਵੇਲਾਂ ਨੂੰ ਉਹ ਕੱਟਦੇ ਆ ਨਾ, ਅਤੇ ਹੁਣ ਸਾਡੇ ਇਲਾਕੇ ਦੇ ਵਿੱਚ ਬੜੇ ਅੰਗੂਰ ਬੀਜੇ ਜਾਂਦੇ, ਤੁਸੀਂ ਉਹਨਾਂ ਨੂੰ ਜਾ ਕੇ ਧਿਆਨ ਦੇ ਨਾਲ ਦੇਖਿਓ ਕਿੱਦਾਂ ਕੱਟਦੇ ਆ। ਜਿਹੜੀਆਂ ਟਾਹਣੀਆਂ ਆਵਾਗੁਣ ਵਧੀਆਂ ਹੁੰਦੀਆਂ, ਉਹਨਾਂ ਨੂੰ ਪਤਾ ਕਿ ਉਹਨਾਂ ਨੂੰ ਫਲ ਨਹੀਂ ਲੱਗਣਾ, ਉਸ ਦੀ ਇੱਕ ਅੱਖ ਰੱਖ ਕੇ ਉਹਨੂੰ ਮੁੱਢ ਤੋਂ ਕੱਟ ਦਿੰਦੇ ਆ। ਉਹ ਉੱਥੋਂ ਇੱਕ ਅੱਖ ਤੋਂ ਦੁਬਾਰਾ ਫਿਰ ਤੁਰਦੀ ਹੈ। ਇਹ ਨਹੀਂ ਕੋਈ ਆਪਣੇ ਨਾਲੋਂ ਲਾ ਕੇ ਸੁੱਟ ਦਿੰਦਾ, ਇੱਕ ਅੱਖ ਰੱਖ ਕੇ ਕੱਟ ਦਿੰਦਾ, ਉਸ ਦੀ ਦੁਬਾਰਾ ਸ਼ੁਰੂਆਤ ਕਰਦਾ। ਜਿਹੜੀ ਟਾਹਣੀ ਫਲ ਨਹੀਂ ਦਿੰਦੀ ਉਸ ਨੂੰ ਉਹ ਕੱਟ ਦਿੰਦਾ, ਪਰ ਜਿਹੜੀਆਂ ਫਲ ਦਿੰਦੀਆਂ ਉਹਨਾਂ ਨੂੰ ਛਾਂਗਦਾ। ਹੀ ਪ੍ਰੂਨਸ them ਕਿ ਉਹ ਹੋਰ ਫਲ ਦੇਣ। ਪ੍ਰਭੂ ਯਿਸੂ ਨੇ ਕਿਹਾ ਕਿ ਮੇਰੇ ਵਿੱਚ ਬਣੇ ਰਹੋ, ਜਿਸ ਤਰ੍ਹਾਂ ਕਿ ਮੈਂ ਬਾਪ ਦੇ ਵਿੱਚ ਬਣਿਆ ਰਹਿਣਾ। ਅਗਰ ਤੁਸੀਂ ਮੇਰੇ ਵਿੱਚ ਬਣੇ ਰਹੋਗੇ ਤਾਂ ਤੁਸੀਂ ਬਹੁਤ ਫਲ ਦੇਵੋਗੇ, ਤੁਸੀਂ ਫਲਦਾਰ ਹੋਵੋਗੇ। ਅਗਰ ਤੁਸੀਂ ਮੇਰੇ ਤੋਂ ਰਸ ਪ੍ਰਾਪਤ ਕਰਕੇ ਆਪਣੀ ਜ਼ਿੰਦਗੀ ਜੀਓਗੇ ਤਾਂ ਤੁਸੀਂ ਫਲਦਾਰ ਰਹੋਗੇ ਔਰ ਤੁਹਾਡਾ ਫਲ ਕਾਇਮ ਰਹੇਗਾ। ਤੁਹਾਡਾ ਫਲ ਕਾਇਮ ਰਹੇਗਾ, ਬਣਿਆ ਰਹੇਗਾ। ਔਰ ਜਿਸ ਹਿੱਸੇ ਤੱਕ ਅਸੀਂ ਪਹੁੰਚ ਚੁੱਕੇ ਸੀਗੇ ਉਸ ਦੀ 16ਵੀਂ ਆਇਤ ਤੇ ਅਸੀਂ ਆ ਚੁੱਕੇ ਸੀਗੇ, ਜਿੱਥੇ ਪ੍ਰਭੂ ਨੇ ਇਹ ਚੀਜ਼ ਕਹੀ ਆ ਕਿ ਤੁਸੀਂ ਮੈਨੂੰ ਨਹੀਂ ਚੁਣਿਆ, ਤੁਸੀਂ ਮੈਨੂੰ ਨਹੀਂ ਚੁਣਿਆ, ਪਰ ਮੈਂ ਤੁਹਾਨੂੰ ਚੁਣਿਆ ਹੈ। I do not know why, ਮੈਨੂੰ ਇਸ ਚੀਜ਼ ਦਾ ਪਤਾ ਨਹੀਂ ਇਹ ਕਿਉਂ ਆ, and I do not know how, ਮੈਨੂੰ ਇਸ ਚੀਜ਼ ਦਾ ਵੀ ਪਤਾ ਨਹੀਂ ਕਿ ਕਿਸ ਤਰ੍ਹਾਂ ਹੈ। ਪਰ ਜਿਸਲੇ ਤੁਸੀਂ ਬਾਈਬਲ ਪੜ੍ਹਦੇ ਆ, in God's economy there are two kinds of souls। ਜਿਸਲੇ ਤੁਸੀਂ ਪ੍ਰਭੂ ਦਾ ਵਚਨ ਪੜ੍ਹਦੇ ਆ ਤੇ ਤੁਸੀਂ ਦੇਖਦੇ ਆ ਕਿ ਦੋ ਤਰ੍ਹਾਂ ਦੀਆਂ ਆਤਮਾਵਾਂ ਨੂੰ ਪ੍ਰਭੂ ਇਸ ਧਰਤੀ ਦੇ ਉੱਤੇ ਜਨਮ ਦਿੰਦਾ। ਇੱਕ ਉਹ ਜਿਹੜੇ ਉਸਦੇ ਆਪਣੇ ਆ, ਇੱਕ ਉਹ ਜਿਹੜੇ ਵੈਰੀ ਦੇ ਆ। ਯਹੂਦੀ ਫਰੀਸੀ ਲੋਕ ਪ੍ਰਭੂ ਯਿਸੂ ਮਸੀਹ ਦੇ ਕੋਲ ਆਏ ਆ ਔਰ ਉਸ ਨੂੰ ਉਹ ਤਰ੍ਹਾਂ ਤਰ੍ਹਾਂ ਦੇ ਸਵਾਲ ਪੁੱਛਦੇ ਪਏ ਆ। ਔਰ ਪ੍ਰਭੂ ਯਿਸੂ ਉਹਨਾਂ ਨੂੰ ਕਹਿ ਰਿਹਾ ਕਿ ਮੈਂ ਸਵਰਗ ਤੋਂ ਉਤਰੀ ਰੋਟੀ ਹਾਂ, ਜਿਹੜਾ ਮੈਨੂੰ ਖਾਏਗਾ ਉਹ ਕਦੀ ਨਹੀਂ ਮਰੇਗਾ। ਉਹ ਕਹਿੰਦੇ ਇਹ ਕਿੱਦਾਂ ਕਹਿ ਸਕਦਾ ਕਿ ਅਸੀਂ ਹੁਣ ਇਸ ਨੂੰ ਖਾਈਏ? ਇਹ ਕਿਸ ਤਰ੍ਹਾਂ ਕਹਿ ਰਿਹਾ? ਫਰੀਸੀ ਇਹ ਕਹਿ ਰਹੇ ਆ
ਸਾਡੇ ਬਾਪ ਨੇ ਸਾਨੂੰ ਮੰਨਾ ਦਿੱਤਾ ਸੀ, 40 ਸਾਲ ਅਸੀਂ ਮੰਨਾ ਖਾਧਾ। ਉਹ ਕਹਿੰਦਾ ਜਿਹੜਾ ਮੰਨਾ ਤੁਹਾਨੂੰ ਦਿੱਤਾ ਗਿਆ ਸੀਗਾ, ਜਿਨ੍ਹਾਂ ਨੇ ਮੰਨਾ ਖਾਧਾ 40 ਸਾਲ, ਉਹਨੂੰ ਉੱਥੇ ਹੀ ਦੱਬੇ, ਉਹ ਮਰ ਗਏ, ਉਸੇ ਵਿਲਡਰਨੈਸ ਦੇ ਵਿੱਚ, ਉਸੇ ਉਜਾੜ 'ਚੋਂ ਮਰ ਗਏ। ਪਰ ਜਿਹੜੀ ਰੋਟੀ ਮੈਂ ਦਊਂਗਾ ਉਹ ਸਦਾ ਦੀ ਜ਼ਿੰਦਗੀ ਦੇਵੇਗੀ। ਉਹ ਉਸ ਨੂੰ ਛੱਡ ਕੇ ਚਲੇ ਗਏ। ਚੇਲੇ ਕਹਿੰਦੇ, ਗੁਰੂ ਜੀ ਤੁਹਾਨੂੰ ਪਤਾ ਉਹਨਾਂ ਨੇ ਤੁਹਾਡੀ ਗੱਲ ਦਾ ਗੁੱਸਾ ਕੀਤਾ? ਕਹਿੰਦਾ ਇਹਨਾਂ ਨੂੰ ਜਾਣਦੇ, ਇਹ ਉਹ ਪੌਦੇ ਆ ਜਿਹੜੇ ਮੇਰੇ ਬਾਪ ਨੇ ਨਹੀਂ ਲਾਏ। ਇਹ ਮੇਰੇ ਬਾਪ ਨੇ ਨਹੀਂ ਲਾਏ। ਉਹਨਾਂ ਨੂੰ ਕਹਿ ਰਿਹਾ ਤੁਹਾਡਾ ਬਾਪ ਸ਼ੈਤਾਨ ਆ, ਉਹ ਝੂਠਾ ਆ, ਔਰ ਉਹ ਝੂਠਿਆਂ ਦਾ ਪਿਓ ਆ। ਪ੍ਰਭੂ ਦੀ ਇਕੋਨਮੀ 'ਚ ਦੋ ਤਰ੍ਹਾਂ ਦੇ ਲੋਕ ਆ। ਇੱਕ ਉਹ ਲੋਕ ਆ ਜਿਨ੍ਹਾਂ ਦੇ ਕੰਨਾਂ ਦੇ ਵਿੱਚ ਪ੍ਰਭੂ ਦਾ ਵਚਨ ਜਿਸਲੇ ਪੈਂਦਾ ਤਾਂ ਉਹ ਐਦਾਂ ਹੈ ਕਿ ਅੰਦਰ ਜਾ ਕੇ ਕੋਈ ਬਟਨ ਹੀ ਨੱਪ ਹੋ ਜਾਂਦਾ, ਔਰ ਉਹਨਾਂ ਦੀ ਆਤਮਾ ਜਾ ਖੜੀ ਹੁੰਦੀ ਆ ਕਿ ਵਾਓ, ਪ੍ਰਭੂ ਨੂੰ ਪਹਿਚਾਣ ਲੈਂਦੀ ਆ। ਇੱਕ ਉਹ ਲੋਕ ਹੁੰਦੇ ਆ ਜਿਨ੍ਹਾਂ ਨੂੰ ਜਿੰਨਾ ਮਰਜ਼ੀ ਤੁਸੀਂ ਦੱਸੀ ਜਾਓ, ਉਹਨਾਂ ਤੇ ਕੋਈ ਅਸਰ ਨਹੀਂ ਹੁੰਦਾ। You cannot do anything for them. ਇਸ ਕਰਕੇ ਪ੍ਰਭੂ ਯਿਸੂ ਕਹਿੰਦਾ ਤੁਸੀਂ ਜੋ ਇਸ ਵੇਲੇ ਖੁਦਾਵੰਦ ਦੇ ਘਰ ਦੇ ਵਿੱਚ ਬੈਠੇ ਹੋ ਆ, ਔਰ ਜਿਹੜੀਆਂ ਚੇਅਰਾਂ ਖਾਲੀ ਆ, ਜਿਹੜੇ ਸਾਡੇ ਪ੍ਰਭੂ ਦੇ ਬੰਦੇ ਅੱਜ ਆ ਨਹੀਂ ਸਕੇ, ਖੁਦਾਵੰਦ ਉਹਨਾਂ ਤੇ ਰਹਿਮ ਕਰੇ ਔਰ ਆਪਣੀ ਹਜ਼ੂਰੀ ਔਰ ਆਪਣੀ ਮਮੂਰੀ ਔਰ ਆਪਣੀ ਰਾਸਤਬਾਜ਼ੀ ਦੇ ਨਾਲ ਉਹਨਾਂ ਨੂੰ ਸੰਭਾਲ ਕੇ ਰੱਖੇ। ਤੁਸੀਂ ਜੋ ਪ੍ਰਭੂ ਦੇ ਲੋਕ ਆ, ਤੁਸੀਂ ਉਸ ਦੇ ਕੋਲ ਨਹੀਂ ਆਏ, ਉਹ ਤੁਹਾਨੂੰ ਆਪਣੇ ਕੋਲ ਲੈ ਕੇ ਆਇਆ। ਕੀ ਕਹਿ ਰਿਹਾ? ਤੁਸੀਂ ਮੈਨੂੰ ਨਹੀਂ ਚੁਣਿਆ, ਪਰ ਮੈਂ ਤੁਹਾਨੂੰ ਚੁਣਿਆ ਹੈ ਅਤੇ ਨਿਯੁਕਤ ਕੀਤਾ ਹੈ। ਤੁਸੀਂ ਜਾ ਕੇ ਫਲਦਾਰ ਬਣੋ ਔਰ ਤੁਹਾਡਾ ਫਲ ਸਥਿਰ ਰਹੇ। ਫਿਰ ਤੁਸੀਂ ਜੋ ਕੁਝ ਮੇਰਾ ਨਾਂ ਲੈ ਕੇ ਪਿਤਾ ਦੇ ਕੋਲੋਂ ਮੰਗੋ, ਉਹ ਤੁਹਾਨੂੰ ਦੇਵੇਗਾ। ਇਹ ਆਗਿਆਵਾਂ ਮੈਂ ਤੁਹਾਨੂੰ ਇਸ ਲਈ ਦਿੱਤੀਆਂ ਹਨ ਕਿ ਤੁਸੀਂ ਇੱਕ ਦੂਜੇ ਦੇ ਨਾਲ ਪਿਆਰ ਕਰੋ। ਜਿਸ ਤਰ੍ਹਾਂ ਅੱਜ ਅਸੀਂ ਕਲੀਸਿਆ ਦੇ ਵਿੱਚ ਸੁਣਿਆ ਕਿ ਸਾਡੀ ਮਾਂ ਪ੍ਰਭੂ ਦਾ ਸ਼ੁਕਰਗੁਜ਼ਾਰੀ ਕਰਦੇ ਆ ਕਿ ਬ੍ਰਦਰ ਲਖਵੀਰ ਜਾਂਦੇ ਆ ਔਰ ਪ੍ਰਭੂ ਦਾ ਵਚਨ ਇਹਨਾਂ ਦੇ ਨਾਲ ਸ਼ੇਅਰ ਕਰਦੇ ਆ। What is that? ਇਹ ਇੱਕ ਕਲੀਸਿਆ ਦਾ ਆਪਸੀ ਪਿਆਰ ਆ। ਪ੍ਰਭੂ ਇਹੀ ਚਾਹੁੰਦਾ। ਇਹ ਫਲ ਆ, ਇਹ ਫਲਦਾਰ ਹੋਣ ਦੀ ਨਿਸ਼ਾਨੀ ਆ। ਦੇਖੋ ਕਿਹੜਾ ਕਮਜ਼ੋਰ ਆ, ਕਿਸ ਨੂੰ ਵਚਨ ਦੀ ਲੋੜ ਆ। ਤੁਹਾਨੂੰ ਕੋਈ ਬਾਈਬਲ ਸਕਾਲਰ ਹੋਣ ਦੀ ਜ਼ਰੂਰਤ ਨਹੀਂ। ਪ੍ਰਭੂ ਦਾ ਵਚਨ ਜਿਸਲੇ ਖੋਲੋਗੇ ਤੇ ਉਸ ਦੇ ਨਾਲ ਹੀ ਸਕਾਲਰਪੁਣਾ ਤੁਹਾਡੇ ਕੋਲ ਆ ਜਾਏਗਾ। ਦੇਖੋ ਕਿਹੜਾ ਕਮਜ਼ੋਰ ਆ, ਕਿਹੜਾ ਹਸਪਤਾਲ ਦੇ ਵਿੱਚ ਬੈਠਾ, ਕਿਹੜਾ ਦੁੱਖ ਦੇ ਵਿੱਚ ਬੈਠਾ। ਕਹਿੰਦਾ ਇਹ ਆਗਿਆਵਾਂ ਮੈਂ ਤੁਹਾਨੂੰ ਇਸ ਲਈ ਦਿੱਤੀਆਂ ਹਨ, ਇੱਕੋ ਹੀ ਕਾਰਨ ਕਿ ਤੁਸੀਂ ਇੱਕ ਦੂਜੇ ਨਾਲ ਪਿਆਰ ਕਰੋ। ਤੁਸੀਂ ਇੱਕ ਦੂਜੇ ਦੇ ਨਾਲ ਪਿਆਰ ਕਰੋ। ਪ੍ਰਭੂ ਦੇ ਵਚਨ ਦੇ ਵਿੱਚ ਅੱਗੇ ਅਗਲਾ ਹਿੱਸਾ ਜਿਹੜੀ 18ਵੀਂ ਆਇਤ ਮੇਰੇ ਨਾਲ ਕੱਢੋ, ਔਰ ਪ੍ਰਭੂ ਦੇ ਵਚਨ ਦੇ ਵਿੱਚ ਇਹ ਲਿਖਿਆ, ਜੇਕਰ ਸੰਸਾਰ ਤੁਹਾਡੇ ਨਾਲ ਘਿਰਣਾ ਕਰਦਾ ਹੈ ਤਾਂ ਤੁਹਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਉਸਨੇ ਮੇਰੇ ਨਾਲ ਘਿਰਣਾ ਰੱਖੀ ਹੈ। ਜੇਕਰ ਤੁਸੀਂ ਸੰਸਾਰ ਦੇ ਹੁੰਦੇ ਤਾਂ ਸੰਸਾਰ ਤੁਹਾਨੂੰ ਆਪਣਿਆਂ ਦੇ ਵਾਂਗ ਪਿਆਰ ਕਰਦਾ ਹੈ, ਪਰ ਤੁਸੀਂ ਸੰਸਾਰ ਦੇ ਨਹੀਂ ਹੋ। ਮੈਂ ਤੁਹਾਨੂੰ ਸੰਸਾਰ ਦੇ ਵਿੱਚੋਂ ਚੁਣ ਲਿਆ ਹੈ, ਇਸ ਲਈ ਸੰਸਾਰ ਤੁਹਾਨੂੰ ਘਿਰਣਾ ਕਰਦਾ ਹੈ। ਸੰਸਾਰ ਤੁਹਾਨੂੰ ਘਿਰਣਾ ਕਰਦਾ। ਕਿੰਨੀਆਂ ਗੱਲਾਂ ਤੁਹਾਨੂੰ ਪ੍ਰਭੂ ਯਿਸੂ ਮਸੀਹ ਦੇ ਕਾਰਨ ਸੁਣਨੀਆਂ ਪੈਂਦੀਆਂ। ਬਾਬੇ ਜਿਹੜੇ ਇੱਟ ਦੇ ਉੱਤੇ ਬੈਠੇ ਹੋ ਆ,
ਮੋੜਾਂ ਤੇ ਬੈਠੇ, ਜਿੰਨੀਆਂ ਮਰਜ਼ੀ ਤੁਸੀਂ ਉਹਨਾਂ ਬਾਬਿਆਂ ਦੀਆਂ ਗੱਲਾਂ ਕਰੀ ਜਾਓ ਕਿ ਜੀ ਸਾਡੇ ਉਹ ਫਲਾਣੇ ਥਾਂ ਤੇ ਸੰਤ ਆ, ਸਾਡੇ ਉਹ ਫਲਾਣੇ ਥਾਂ ਤੇ ਬਾਬਾ ਜੀ ਆ, ਜਿੰਨੀਆਂ ਮਰਜ਼ੀ ਉਹ ਗੱਲਾਂ ਕਰੀ ਜਾਓ, ਇਸ ਜਗ੍ਹਾ ਦੀ ਗੱਲ ਕਰੀ ਜਾਓ, ਉਸ ਮਠੀ ਦੀ ਗੱਲ ਕਰੀ ਜਾਓ, ਕੋਈ ਪ੍ਰੋਬਲਮ ਨਹੀਂ। ਪ੍ਰਭੂ ਯਿਸੂ ਦਾ ਨਾਂ ਤਾਂ ਲੈ ਦਿਓ। ਪ੍ਰਭੂ ਯਿਸੂ ਟਟੀਰੀ ਵਾਂਗੂ ਸਾਰੇ ਖੰਭ ਖੜੇ ਕਰ ਲੈਂਦੇ ਆ। ਕੁਛ ਕਿਸੇ ਦਿਨ ਕਰਕੇ ਦੇਖਿਓ, ਬਾਬਿਆਂ ਦੀਆਂ ਗੱਲਾਂ ਕਰਕੇ ਦੇਖੋ, ਕੋਈ ਕਹਿ ਹਾਂਜੀ ਬੜੇ ਪਹੁੰਚੇ ਹੋ, ਕਿੱਥੇ ਪਹੁੰਚੇ ਹੋ ਇਹ ਨਹੀਂ ਪਤਾ, ਪਰ ਪਹੁੰਚੇ ਹੋ ਬੜੇ ਆ। ਪ੍ਰਭੂ ਯਿਸੂ ਦਾ ਨਾਂ ਲੈ ਕੇ ਦੇਖੋ, ਔਰ ਇਹ ਨਿਸ਼ਾਨੀਆਂ ਕਿ ਤੁਸੀਂ ਚੁਣਿਓ। ਮੈਂ ਨਹੀਂ ਕਹਿ ਰਿਹਾ, ਵਚਨ ਕਹਿ ਰਿਹਾ। ਪ੍ਰਭੂ ਯਿਸੂ ਕਹਿੰਦਾ ਤੁਸੀਂ ਮੈਨੂੰ ਨਹੀਂ ਚੁਣਿਆ, ਪਰ ਮੈਂ ਤੁਹਾਨੂੰ ਚੁਣਿਆ ਹੈ ਔਰ ਨਿਯੁਕਤ ਕੀਤਾ ਹੈ ਕਿ ਤੁਸੀਂ ਫਲਦਾਰ ਬਣੋ। ਮੇਰੀ ਇੱਕੋ ਹੀ ਆਗਿਆ ਹੈ ਕਿ ਤੁਸੀਂ ਇੱਕ ਦੂਜੇ ਦੇ ਨਾਲ ਪਿਆਰ ਕਰੋ। ਕਿਉਂ ਕਰੋ? ਕਿਉਂਕਿ ਦਿਸ ਇਜ਼ ਵਾਟ ਇਟ ਇਜ਼। ਜਿਨ੍ਹਾਂ ਦੇ ਵਿੱਚੋਂ ਕੱਢ ਲਿਆਇਆ ਉੱਥੋਂ ਤੁਹਾਨੂੰ ਘਿਰਣਾ ਹੀ ਮਿਲਣੀ ਆ, ਉੱਥੋਂ ਵਿਚਾਰੇ ਨੂੰ ਕੀ ਮਿਲਣਾ ਆ। ਸਾਡੇ ਨਵੇਂ ਭੈਣ ਭਰਾ ਸਾਡੇ ਵਿੱਚ ਆਏ ਆ, ਅਗਰ ਇਹ ਉਹ ਆਪਣਿਆਂ ਦੇ ਵਿੱਚ ਜਾ ਕੇ ਇਹ ਦੁਆਰਾ ਪਿਆਰ ਲੱਭਣਗੇ, ਕਿੱਥੋਂ ਇਹਨਾਂ ਨੂੰ ਉਹ ਮਿਲਣਾ। ਇਹਨਾਂ ਨੇ ਯਿਸੂ ਦੀ ਗੱਲ ਕਰਨੀ ਆ, ਉਹਨਾਂ ਨੇ ਇਹਨਾਂ ਨੂੰ ਖਾਣ ਨੂੰ ਪੈਣਾ। ਸਾਡੇ ਵਿੱਚੋਂ ਜਿਨ੍ਹਾਂ ਦੇ ਉਹ ਦੰਦ ਦੁੰਦ ਲੱਗ ਚੁੱਕੇ ਹੋ ਆ, ਅਸੀਂ ਜਾ ਕੇ ਕਹਿਣਾ ਕਿ ਦੇਖ ਪਾਇਆ ਸਾਡੇ ਵੀ ਨਿਸ਼ਾਨ ਲੱਗੇ ਹੋ, ਕੋਈ ਗੱਲ ਨਹੀਂ, ਏਦਾਂ ਹੀ ਹੁੰਦੀ ਆ। ਪ੍ਰਭੂ ਦੀ ਕਿਰਪਾ ਨੇ ਤੇਰੇ ਜ਼ਖਮ ਭਰ ਦੇਣੇ ਆ, ਦੈਟਸ ਫਾਈਨ, ਕਹਿ ਲੈਣ ਦੇ। ਤੂੰ ਉਹਦੇ ਲਈ ਦੁਆ ਕਰ, ਇਹ ਖੁਦਾਵੰਦ ਉਹ ਤੇ ਰਹਿਮ ਕਰੇ, ਉਹਦੇ ਕੰਨ ਖੋਲੇ, ਉਹਦਾ ਮਨ ਖੋਲੇ ਕਿ ਸ਼ਾਇਦ ਖੁਦਾਵੰਦ ਨੇ ਦੇ ਚੌਣੇ ਦੇ ਵਿੱਚ ਉਹ ਵੀ ਆ ਜਾਵੇ। ਪ੍ਰਭੂ ਕਹਿੰਦਾ ਉਹ ਤੁਹਾਡੇ ਨਾਲ ਘਿਰਣਾ ਕਰਨਗੇ। ਕਿਉਂ? ਕਿਉਂਕਿ ਉਹਨਾਂ ਨੇ ਮੇਰੇ ਨਾਲ ਘਿਰਣਾ ਕੀਤੀ ਆ। ਤੁਹਾਡੇ ਨਾਲ ਘਿਰਣਾ ਉਹ ਇਸ ਕਰਕੇ ਕਰਦੇ ਆ ਕਿਉਂਕਿ ਮੈਂ ਤੁਹਾਨੂੰ ਉਹਨਾਂ ਦੇ ਵਿੱਚੋਂ ਚੁਣ ਲਿਆ। ਹੁਣ ਤੁਸੀਂ ਉਹਨਾਂ ਦੇ ਨਹੀਂ, ਹੁਣ ਤੁਸੀਂ ਮੇਰੇ ਆ। ਹੁਣ ਤੁਸੀਂ ਉਸ ਜਗ੍ਹਾ ਦੇ ਲਈ ਆ ਜਿਹੜੀ ਜਗ੍ਹਾ ਤੁਹਾਡੇ ਲਈ ਮੈਂ ਤਿਆਰ ਕੀਤੀ ਹੋਆ। ਤੁਹਾਡਾ ਦਿਲ ਨਾ ਘਬਰਾਏ। ਮੇਰੇ ਬਾਪ ਦੇ ਘਰ 'ਚ ਬਹੁਤ ਸਾਰੀਆਂ ਜਗ੍ਹਾਵਾਂ, ਜੇ ਨਾ ਹੁੰਦੀਆਂ ਤਾਂ ਮੈਂ ਕਹਿੰਦਾ ਮੈਂ ਤੁਹਾਡੇ ਲਈ ਤਿਆਰ ਕਰਨ ਜਾ ਰਿਹਾ ਔਰ ਤੁਹਾਨੂੰ ਵਾਪਸ ਲੈਣ ਆ ਰਿਹਾ। ਪਰ ਬਹੁਤ ਸਾਰੀਆਂ ਜਗ੍ਹਾਵਾਂ, ਤੁਸੀਂ ਫਿਕਰ ਨਾ ਕਰੋ, ਮੈਂ ਆਪਣੇ ਘਰ ਦੇ ਵਿੱਚ ਤੁਹਾਡੇ ਲਈ ਬਹੁਤ ਸਾਰੀਆਂ ਜਗ੍ਹਾਵਾਂ ਤਿਆਰ ਕੀਤੀਆਂ। ਮੈਂ ਤੁਹਾਡਾ ਦੁੱਲਾ ਆ। ਬੜੀ ਪਿਆਰੀ ਆਇਤ ਆ ਉਹ ਵਿਆਹ ਦੀ ਆਇਤ ਆ। ਉਹ ਵਿਆਹ ਦੀ ਆਇਤ ਆ। ਅਸਲ ਦੇ ਵਿੱਚ ਜਿਸ ਵੇਲੇ ਕਿਸੇ ਮੁੰਡੇ ਨੇ ਵਿਆਹ ਕਰਾਉਣਾ ਹੁੰਦਾ ਸੀ ਨਾ, ਤੇ ਆਪਣੇ ਬਾਪ ਨੂੰ ਜਾ ਕੇ ਦੱਸਦਾ ਸੀ ਕਿ ਮੈਂ ਵਿਆਹ ਕਰਾਉਣਾ, ਤੇ ਉਹਦਾ ਬਾਪ ਕਹਿੰਦਾ ਹੁੰਦਾ ਸੀ ਕਿ ਉਹਨੇ ਕਹਿਣਾ ਕਿ ਜਾਂ ਤੂੰ ਆਪਣਾ ਕਮਰਾ ਘਰ ਦੇ ਵਿੱਚ ਇੱਧਰਲੇ ਪਾਸੇ ਪਾ ਲਾ, ਜਾਂ ਛੱਤ ਤੇ ਪਾ ਲਾ, ਜਾਂ ਇੱਧਰ ਪਾ ਲਾ। ਉਹਨੇ ਫਿਰ ਜਿਸ ਲਈ ਉਹ ਕਮਰਾ ਪਾ ਲੈਣਾ ਤਾਂ ਫਿਰ ਉਹਨੇ ਜਾ ਕੇ ਆਪਣੀ ਦੁਲਹਨ ਨੂੰ ਕਹਿੰਦਾ ਹੁੰਦਾ ਸੀ ਕਿ ਮੈਂ ਤੇਰੇ ਲਈ ਜਗ੍ਹਾ ਤਿਆਰ ਕਰ ਲਈ ਆ, ਹੁਣ ਮੈਂ ਆਊਂਗਾ ਤੇ ਤੈਨੂੰ ਲੈ ਜਾਊਂਗਾ। ਪ੍ਰਭੂ ਯਿਸੂ ਮਸੀਹ ਉਹ ਤਸਵੀਰ ਕਹਿ ਰਹੇ, ਦੱਸ ਰਹੇ ਆ ਸਾਨੂੰ। ਮੈਂ ਤੁਹਾਨੂੰ ਸੰਸਾਰ ਦੇ ਵਿੱਚੋਂ ਚੁਣ ਲਿਆ, ਮੈਂ ਤੁਹਾਨੂੰ ਵੱਖਰੇ ਕਰ ਲਿਆ, ਤੁਸੀਂ ਮੇਰੇ ਆ। ਤੁਹਾਡੇ ਨਾਲ ਸੰਸਾਰ ਹੁਣ ਘਿਰਣਾ ਕਰੇਗਾ, ਉਹ ਤੁਹਾਡਾ ਨਹੀਂ, ਉਹ ਤੁਹਾਡਾ ਨਹੀਂ। 20ਵੀਂ ਆਇਤ ਦੇਖੋ, ਯਾਦ ਰੱਖੋ ਮੈਂ ਤੁਹਾਨੂੰ ਕੀ ਆਖਿਆ ਸੀ, ਨੌਕਰ ਆਪਣੇ ਮਾਲਕ ਦੇ ਨਾਲੋਂ ਵੱਡਾ ਨਹੀਂ ਹੁੰਦਾ। ਜੇਕਰ ਉਹਨਾਂ ਨੇ ਮੈਨੂੰ ਸਤਾਇਆ ਹੈ ਤੇ ਉਹ ਤੁਹਾਨੂੰ ਵੀ ਸਤਾਉਣਗੇ। ਜੇਕਰ ਮੇਰਾ ਉਪਦੇਸ਼ ਮੰਨਿਆ ਤਾਂ ਤੁਹਾਡਾ ਵੀ ਮੰਨਣਗੇ। ਪਰ ਉਹ ਸਾਰੀਆਂ ਗੱਲਾਂ ਮੇਰੇ ਨਾਂ ਦੇ ਕਾਰਨ ਤੁਹਾਡੇ ਨਾਲ ਕਰਨਗੇ, ਕਿਉਂਕਿ ਉਹ ਮੇਰੇ ਘੱਲਣ ਵਾਲੇ ਨੂੰ ਨਹੀਂ ਜਾਣਦੇ। ਕਿੰਨੀ ਅਜੀਬ ਚੀਜ਼ ਦੇਖੋ। ਉਹ ਪਰਮੇਸ਼ਰ ਦੀਆਂ ਨਾਮ ਦੇ ਵਿੱਚ ਵੱਡੀਆਂ ਵੱਡੀਆਂ ਗੱਲਾਂ ਕਰਦੇ ਆ। ਅਸੀਂ ਪਰਮੇਸ਼ਰ ਨੂੰ ਜਾਣਦੇ ਹਾਂ, ਪਰਮੇਸ਼ਰ ਨੇ ਸਾਨੂੰ ਕਿਤਾਬ ਦਿੱਤੀ ਆ, ਪਰਮੇਸ਼ਰ ਨੇ ਸਾਨੂੰ ਆਹ ਦਿੱਤਾ, ਪਰਮੇਸ਼ਰ ਆ, ਪਰਮੇਸ਼ਰ ਉਹ। ਪ੍ਰਭੂ ਯਿਸੂ ਕਹਿੰਦਾ ਕਿ ਉਹ ਪਰਮੇਸ਼ਰ ਨੂੰ ਜਾਣਦੇ ਹੀ ਨਹੀਂ।
ਜੇ ਪਰਮੇਸ਼ਰ ਨੂੰ ਜਾਣਦੇ ਹੁੰਦੇ, ਜੇ ਉਹ ਪਰਮੇਸ਼ਰ ਦੇ ਲਾਏ ਹੋਏ ਬੂਟੇ ਹੁੰਦੇ, ਤਾਂ ਉਹ ਮੈਨੂੰ ਵੀ ਜਾਣਦੇ, ਉਹ ਤੁਹਾਨੂੰ ਵੀ ਜਾਣਦੇ, ਉਹ ਤੁਹਾਡੀ ਗੱਲ ਨੂੰ ਸੁਣਦੇ, ਉਹ ਤੁਹਾਡੇ ਉਪਦੇਸ਼ ਨੂੰ ਸੁਣਦੇ। ਉਹ ਪਾਪੀ ਨਾ ਠਹਿਰਦੇ ਜੇਕਰ ਮੈਂ ਨਾ ਆਉਂਦਾ ਅਤੇ ਉਹਨਾਂ ਦੇ ਨਾਲ ਨਾ ਬੋਲਦਾ, ਪਰ ਉਹਨਾਂ ਦੇ ਕੋਲ ਆਪਣੇ ਪਾਪਾਂ ਦੇ ਲਈ ਕੋਈ ਬਹਾਨਾ ਨਹੀਂ ਹੈ। ਇਹ ਬੜੀ ਗਹਿਰੀ ਆਇਤ ਆ। ਜਿਸ ਵੇਲੇ ਅਸੀਂ ਕਿਸੇ ਨੂੰ ਪ੍ਰਭੂ ਦਾ ਵਚਨ ਜਾ ਕੇ ਦੱਸਦੇ ਹਾਂ, ਉਸ ਤੋਂ ਬਾਅਦ ਉਸ ਇਨਸਾਨ ਦੇ ਕੋਲ ਆਪਣੇ ਪਾਪਾਂ ਦੇ ਲਈ ਕੋਈ ਬਹਾਨਾ ਨਹੀਂ ਰਹਿ ਜਾਂਦਾ। ਅਗਰ ਉਹ ਆਪਣੇ ਪਾਪਾਂ ਦੀ ਮਾਫੀ ਨਹੀਂ ਮੰਗਦਾ ਤਾਂ ਉਹਦੇ ਕੋਲ ਹੁਣ ਕੋਈ ਬਹਾਨਾ ਨਹੀਂ, ਕਿਉਂਕਿ ਹੁਣ ਪਰਮੇਸ਼ਰ ਜਿਸ ਵੇਲੇ ਜਿਹੜਾ ਵਚਨ ਅਸੀਂ ਲੈ ਕੇ ਗਏ ਹਾਂ, ਉਹਦੇ 'ਚ ਕੋਈ ਪਰਮੇਸ਼ਰ ਇਨਸਾਨ ਦੇ ਕੋਲੋਂ ਕਰਮ ਨਹੀਂ ਮੰਗਦਾ ਪਿਆ, ਮਾਫੀ ਮੰਗਦਾ ਪਿਆ, ਪਾਪਾਂ ਦੀ ਮਾਫੀ ਮੰਗਦਾ ਪਿਆ। ਕਰਮਾਂ ਦੇ ਨਾਲ ਕੋਈ ਵੀ ਇਨਸਾਨ ਪਰਮੇਸ਼ਰ ਦੇ ਘਰ ਨਹੀਂ ਜਾ ਸਕਦਾ। ਇੱਕ ਅਸੀਂ ਮਸੀਹੀ ਆ ਜਿਹੜੇ ਕਿਸੇ ਦੇ ਮਰਨ ਤੋਂ ਬਾਅਦ ਪਾਠ ਨਹੀਂ ਰੱਖਦੇ। ਸੋਚ ਕੇ ਦੇਖੋ ਇਸ ਚੀਜ਼ ਨੂੰ, ਕਿਉਂ ਨਹੀਂ ਰੱਖਦੇ? ਕਿਉਂ ਅਸੀਂ ਉਸ ਆਤਮਾ ਦੇ ਲਈ ਪਾਠ ਕਿਉਂ ਨਹੀਂ ਰੱਖਦੇ? ਉਸ ਆਤਮਾ ਦੀ ਮਾਫੀ ਦੇ ਲਈ ਅਸੀਂ ਪਾਠ ਕਿਉਂ ਨਹੀਂ ਰੱਖਦੇ? ਉਹ ਤਾਂ ਆਲਰੇਡੀ ਮੁਕਤ, ਮੁਕਤ ਦੇ ਲਈ ਕੀ ਪਾਠ ਰੱਖਣੇ ਆ? ਮਸੀਹੀ ਫਿਊਨਰਲ ਹਮੇਸ਼ਾ ਫਨ ਹੁੰਦੇ ਆ। ਅਦਰ ਦੈਨ ਕੋਈ ਬੱਚਾ ਛੋਟੀ ਉਮਰ ਦੇ ਵਿੱਚ ਚਲਾ ਗਿਆ, ਉਹ ਦੁੱਖ ਵਾਲੀ ਗੱਲ ਹੁੰਦੀ ਆ, ਪਰ ਸਾਨੂੰ ਫਿਰ ਵੀ ਪਤਾ ਹੁੰਦਾ ਬੱਚਾ ਕਿੱਥੇ ਗਿਆ। ਲੇਕਿਨ ਮੋਸਟਲੀ ਜਿਹੜੇ ਮਸੀਹੀ ਫਿਊਨਰਲ ਹੁੰਦੇ ਆ ਉਹ ਫਨ ਵਾਲੇ ਹੁੰਦੇ ਆ। ਅਸੀਂ ਜੀ ਭਿਆਣੀਆਂ ਲੇਰਾਂ ਨਹੀਂ ਮਾਰਦੇ, ਕਿਉਂਕਿ ਸਾਨੂੰ ਪਤਾ ਜਿਹੜਾ ਜਨ ਪ੍ਰਭੂ ਦੇ ਕੋਲੋਂ ਮਾਫੀ ਮੰਗ ਕੇ ਗਿਆ, ਉਹ ਕਿੱਥੇ ਗਿਆ? ਸਾਡੀ ਆਤਮਾ ਦੇ ਅੰਦਰ ਇਸ ਚੀਜ਼ ਦੀ ਚੈਨ ਹੁੰਦੀ ਆ। ਪ੍ਰਭੂ ਨੇ ਉਹ ਚੈਨ ਪਾਈ ਹੁੰਦੀ ਆ, ਚੈਨ ਹੁੰਦੀ ਨਹੀਂ, ਉਸਨੇ ਉਹ ਸ਼ਾਂਤੀ ਸਾਡੇ ਅੰਦਰ ਪਾਈ ਹੁੰਦੀ ਆ। ਸਾਨੂੰ ਉਸਨੇ ਇਹ ਭਰੋਸਾ ਦਿੱਤਾ ਹੁੰਦਾ ਆ। ਜਿਸ ਨੇ ਪ੍ਰਭੂ ਯਿਸੂ ਮਸੀਹ ਦੇ ਕੋਲ ਇੱਕ ਵਾਰੀ ਆਪਣੇ ਪਾਪਾਂ ਦੀ ਮਾਫੀ ਮੰਗ ਲਈ, ਉਹ ਇਨਸਾਨ ਨਰਕ ਦੇ ਵਿੱਚ ਨਹੀਂ ਜਾਏਗਾ। ਇਹ ਮੇਰਾ ਪੱਕਾ ਭਰੋਸਾ ਜਿਸ ਲਈ ਤੁਸੀਂ ਪ੍ਰਭੂ ਦੇ ਵਚਨ ਨੂੰ ਪੜ੍ਹਦੇ ਹੋ, ਕਿਉਂਕਿ ਉਸ ਦਾ ਹੱਥ ਉਸ ਵੇਲੇ ਪਰਮੇਸ਼ਰ ਨੇ ਫੜ ਲਿਆ, ਔਰ ਪ੍ਰਭੂ ਆਪਣੇ ਬੰਦੇ ਦਾ ਉਹ ਕਦੀ ਹੱਥ ਛੱਡਦਾ ਨਹੀਂ। ਇਤਿਹਾਸ ਦੇ ਵਿੱਚ ਦੇਖ ਲਓ, ਇਸੇ ਕਰਕੇ ਸਾਨੂੰ ਪੁਰਾਣਾ ਨਿਯਮ ਦਿੱਤਾ ਗਿਆ ਕਿ ਅਸੀਂ ਦੇਖ ਲਈਏ ਕਿ ਜਿਹਦਾ ਉਹਨੇ ਹੱਥ ਇੱਕ ਵਾਰੀ ਫੜ ਲਿਆ, ਇਜ਼ਰਾਈਲ ਦਾ ਇੱਕ ਵਾਰੀ ਉਸਨੇ ਹੱਥ ਫੜ ਲਿਆ ਸੀ, ਯਾਕੂਬ ਦਾ ਉਸਨੇ ਇੱਕ ਵਾਰੀ ਹੱਥ ਫੜ ਲਿਆ ਸੀ, ਉਸਨੂੰ ਕਹਿਤਾ ਸੀ ਅੱਜ ਤੋਂ ਤੂੰ ਮੇਰਾ ਇਜ਼ਰਾਈਲ ਆ, ਤੂੰ ਅੱਜ ਤੋਂ ਮੇਰਾ ਰਾਜਕੁਮਾਰ ਆ। ਯਾਕੂਬ ਦਾ ਮਤਲਬ ਧੋਖੇਬਾਜ਼। ਉਹਦੇ ਬਾਪ ਨੇ ਜਿਹੜਾ ਉਹਦਾ ਨਾਂ ਰੱਖਿਆ ਸੀ, ਧੋਖੇਬਾਜ਼ ਰੱਖਿਆ ਸੀ। ਪ੍ਰਭੂ ਨੇ ਜਿੱਦਣ ਉਸ ਨੂੰ ਫੜਿਆ ਸੀ, ਉਹਦਾ ਨਾਂ ਬਦਲ ਦਿੱਤਾ ਸੀ ਇਜ਼ਰਾਈਲ। ਤੂੰ ਮੇਰਾ ਇਜ਼ਰਾਈਲ ਆ। ਉਸਨੇ ਇਜ਼ਰਾਈਲ ਦਾ ਹੱਥ ਮੁੜ ਕੇ ਛੱਡਿਆ ਨਹੀਂ, ਅੱਜ ਵੀ ਨਹੀਂ ਛੱਡਿਆ। ਬੇਸ਼ੱਕ ਉਹ ਮੰਨਦੇ ਚਾਹੇ ਨਹੀਂ ਮੰਨਦੇ ਪ੍ਰਭੂ ਯਿਸੂ ਨੂੰ, ਹੱਥ ਨਹੀਂ ਛੱਡਿਆ। ਅੱਗ ਦੇ ਵਿੱਚ ਉਹ ਲੋਕ ਰਹਿ ਰਹੇ ਆ, ਆਲੇ ਦੁਆਲੇ ਉਹਨਾਂ ਦੇ 18 ਮੁਸਲਮਾਨ ਕੰਟਰੀ ਆ ਜਿਹੜੇ ਉਹਨਾਂ ਨੂੰ ਪਾੜ ਖਾਣ ਨੂੰ ਫਿਰਦੇ ਆ। ਅਗਰ ਉਹਨਾਂ ਦਾ ਵੱਸ ਚੱਲੇ ਤਾਂ 2 ਘੰਟੇ ਦੇ ਵਿੱਚ ਇਜ਼ਰਾਈਲ ਨੂੰ ਤਬਾਹ ਕਰਕੇ ਰੱਖ ਦੇਣ, ਲੇਕਿਨ ਪ੍ਰਭੂ ਉੱਥੇ ਉਸ ਦਾ ਹੱਥ ਫੜ ਕੇ ਬੈਠਾ ਆ, ਛੱਡਿਆ ਨਹੀਂ ਉਸਨੇ। ਇਹ ਗਵਾਹੀ ਆ। ਜਿਹੜਾ ਪ੍ਰਭੂ ਦੇ ਕੋਲ ਜਿਸ ਲਈ ਉਸਦੇ ਪੱਟ ਦੀ ਹੱਡੀ ਪ੍ਰਭੂ ਨੇ ਭੰਨੀ ਸੀ, ਤਾਂ ਉਹ ਪ੍ਰਭੂ ਦੇ ਮੂਹਰੇ ਝੁਕ ਗਿਆ ਸੀਗਾ ਕਿ ਤੂੰ ਮੇਰੇ ਤੇ ਕਿਰਪਾ ਕਰ। ਮੈਂ ਤੈਨੂੰ ਉਨੀ ਦੇਰ ਤੱਕ ਨਹੀਂ ਛੱਡਣਾ ਜਿੰਨੀ ਦੇਰ ਤੱਕ ਤੂੰ ਮੇਰੇ ਤੇ ਕਿਰਪਾ ਨਹੀਂ ਕਰੇਂਗਾ। ਜਦੋਂ ਤੂੰ ਮੇਰੇ ਤੇ ਕਿਰਪਾ ਕਰੇਂਗਾ ਫਿਰ ਮੈਂ ਤੈਨੂੰ ਛੱਡੂੰਗਾ। ਬੜਾ ਪਿਆਰਾ ਹਿੱਸਾ ਆ। ਮਾਫੀ ਦਾ ਮਤਲਬ ਵੀ ਇਹ ਹੁੰਦਾ, ਉਹ ਮਾਫੀ ਮੰਗ ਰਿਹਾ ਉੱਥੇ, ਤੇਰੇ ਤੋਂ ਸਿਵਾਏ ਮੇਰਾ ਕੋਈ ਨਹੀਂ, ਤੇਰੇ ਤੋਂ ਸਿਵਾਏ ਮੇਰਾ ਕੋਈ ਨਹੀਂ, ਤੇਰੇ ਤੋਂ ਸਿਵਾਏ ਮੇਰਾ ਕੋਈ ਨਹੀਂ।
प्रभु ने उसका हाथ फड़ लिया, तू धोखेबाज नहीं, तेरा धोखेबाज होना मैं धो दिता, अज तो बाद तू मेरा इजराइल, अज तो बाद तू मेरा राजकुमार। तुसी प्रभु दे राजकुमार, तुसी प्रभु दियां राजकुमारियां, तुसी प्रभु दे इजराइल, तुहानूं छड्डेगा नहीं। पर सवाल यह आ कि उसने सानू सिर्फ इस करके नहीं बचाया कि सानू मुक्ति दे, उसने सानू इस करके बचाया कि असीं फलदार होइए और साडा फल कायम रहे। प्रभु दे वचन च लिखिया, जो मैनू घिरणा करता है, 23वीं आयत, जो मैनू घिरणा करता है वह पिता नू घिरणा करता है। वाओ वाओ, कि इस चीज की समझ है? ये चीज क्यों आई है? पुत्र नू चुमो, नहीं तो वो की लिखिया, नहीं तो वो क्रोधित हो जाएगा। साडे विच इदां दे लोग आ जिहड़े प्रभु यीशु दा नाम लैण नू तैयार नहीं गए। बाइबल जरूर वो पढ़ते, लैके दौड़े फिरदे आ, बाइबल नू किताबां लैके दौड़े फिरदे आ। प्रभु यीशु देखो की कह रहा, कि यह आयतां नहीं वो पढ़ते? हाँ हाँ, क्यों नहीं ये पढ़ते? क्योंकि वो बूटे नहीं जिहड़े बाप ने लाए। कलाम लैके तां फरीसी भी दौड़े फिरदे सीगे, सदूकी भी दौड़े फिरदे सी, धर्म ग्रंथी भी दौड़े फिरदे सी। छड़ जाते हैं। की वचन दे विच लिखिया, जो मैनू घिरणा करता है वह मेरे पिता नू घिरणा करता है। जेकर उन्हां विच काम ना करदा, किसे होर ने कीते तां वो पापी ना ठहरदे, पर हुण तां वो सब देख चुके हैं, पर फिर भी उन्होंने सानू दोहां नू, मैनू अते पिता नू घिरणा कीती है। ये इसलिए होया कि वो व्यवस्था का यह वाक पूरा होवे, उन्होंने मैनू एवें ही घिरणा की, बिना कारण तो ही। पर जदों मददगार आएगा, जदों मददगार आएगा, जिस नू मैं पिता कोलों तुहाडे कोल घल्लांगा, अर्थात सत दा आत्मा जो पिता तो निकलदा है, मेरे बारे गवाही देवेगा। तुसीं भी मेरी गवाही देवोगे, क्योंकि तुसीं मेरे नाल शुरू तो हो। सत दा आत्मा, सत गुरु दा आत्मा जदों वो आएगा, प्रभु दा वचन, प्रभु दे हुक्म, प्रभु दी नीति जो सानू दिती गई है। जदों मददगार आएगा, जिसनू मैं पिता दे कोलों अर्थात तुहाडे कोल घल्लांगा, सत दा आत्मा। सो सतगुरु कौन आ? सानू यो ही कहा गया ना कि जदों सतगुर आएगा तो उस वेले धुंध खत्म हो जाएगी और जगत दे विच चानण आएगा। ये क्या गया ना, जदों सत दा आत्मा आएगा, जदों सत दा आत्मा आवेगा तो वह मेरे बारे गवाही देवेगा, तुसीं भी मेरी गवाही देवोगे। मैं तुहानूं 16वां चैप्टर दा पेज दा पिछ रह गया सीगा, प्रिंट नहीं होया, सो आओ मैं तुहानूं दिना, पिछे एक एक पेज ला लो, बाकी वंड दिओ। सोलहवां भाव, उसदियां थोड़ियां जिहियां आयतां असीं देखांगे और फिर असीं इस चीज़ नूं जो पिछले 3 हफ्तियां तो असीं देखते पे हैं उसनूं कनक्लूड करांगे। प्रभु दे वचन दे विच इस तरह लिखिया, 16वां भाव उसकी पहली आयत तो
मिल गया सारिਆਂ ਨੂੰ? कोई रह तो नहीं गया? कोई रह तो नहीं गया? अच्छा, वचन च इस तरह लिखिया, मैं तुहानू ये इस लई दस दिता है कि तुसी ठोकर ना खाओ। वो तुहानू प्रार्थना घरां दे विचों छेक देणगे, इत्थों तक कि तुहानू कतल करने वाला समझेगा कि वह परमेश्वर की सेवा कर रहा है। अज मिडल ईस्ट दे विच यह काम हो रहा, मसीहियां दे बच्चे मारे जा रहे आ। पहला उन्हां कोलों उन्हां दीयां अपणियां कबरां खुदवाउंदे आ, उन्हां नूं कहंदे कि तूं अपनी कबर आप पट, और फिर उन्हां दे मोहरे खड़े होके ते उन्हां दा सिर वड्डदे आ ते असीं ओह इह कहंदे हैगे कि असीं अल्लाह दे लई इह कीता, हुण सानूं इस दा इनाम मिलेगा, इस दा इनाम मिलेगा। ये काम हो रहा। अफ्रीका दे विच जिहड़े क्रिश्चियन उन्हां दीयां कुड़ियां उन्हां दीयां बच्चियां दिन दिहाड़े चुक के लै जांदे आ, और जिसले वो बेचारियां वापस आउंदियां तो प्रैगनेंट हुंदियां। अल्लाह दे लई ये काम कर रहे, और फिर सानू कहंदे कि ये शांति दा धर्म। ये हो रहा। प्रभु यसू मसीह दे मूँह दे विचों निकलिया हरेक वाक पूरा हुंदा, चाहे वो सानू अच्छा लगे तो चाहे ना लगे। असीं ये नहीं कह सकते कि हो नहीं रहा। ये चीज़ां मैं तुहानू इस करके दस रहा कि प्रभु का शुक्र है कि असीं कैनेडा दे विच बैठे हाँ, असीं शांति वाले मुल्क दे विच बैठे हाँ। असीं कई बारी उन्हां निक्कियां निक्कियां गल्लां नूं लै के प्रभु तो दूर हो जाते हैं जी कि प्रभु पता नहीं कि प्रभु जिउंदा ते खरे नहीं जिउंदा, क्योंकि मेरे सिर दे विच खाज हुंदी सी, वो हाले भी नहीं हटी, मेरे बाल झड़ गए या मेरा रंग काला आया, है ना ब्रदर इमरान? हाँ, मेरे प्यारे भैन ते भराओ, तुहाडे भैन भरा बड़ियां दुखां दे विच दी लंघ के अपना विश्वास बचा के बैठे आ। पिछले दिनी एक कहानी सुनने नूं मिली जिसने कंन खड़े करके रख दिते। बच्चों नूं मार रहे आ, पहलां बच्चों नूं कह रहे आ कि तुसीं अल्लाह दे कोल आ जाओ, तुहाडे जिहड़े माँ बाप ये तां मूर्ख आ। पहले ने कहा कि नहीं, उन्होंने गोली मारती, दूजे ने कहा नहीं, उहदे गोली मारती, तीसरे ने कहा नहीं, उहदे गोली मारती, चौथे नूं कहंदे कि तू दस, कहंदा 1 मिनट मैं आया। 11 साल का बच्चा आया, दौड़ के गया, अपना नवा निजम लैके आ गया। मैनू कहंदा यकीन है कि जिवें नवा निजम मैं फड़िया होगा ना तो मैं प्रभु यसू के घर च जाऊँगा। उन्होंने नवे निजम के विच दी उहदे गोली मारी। माँ बाप सामने देख रहे हैं। पहला उन्होंने बच्चे दबाए उन्होंने कोलों, फिर उन्होंने कोलों अपनियां कबरां पटवाइयां, फिर उन्होंने उहदे विच मारिया। अज तुहाडे भैन भरा ऐदां दीयां शहीदियां प्राप्त कर रहे हैं। असीं निक्कियां निक्कियां गल्लां नूं लै के प्रभु तो दूर हो जांदे आ। वचन की कहंदा, मैं तुहानू आरंभ दे विच ये गल्लां ना दसियां क्योंकि मैं तुहाडे नाल सी, पर हुण मैं अपने घल्लण वाले दे कोल जा रहा हाँ, पर तुहाडे विचों किसी ने मेरे तो नहीं पुछया तू कित्थे जा रहा है।
ਕਿਉਂਕਿ ਹੁਣ ਮੈਂ ਤੁਹਾਨੂੰ ਇਹ ਗੱਲਾਂ ਦੱਸ ਦਿੱਤੀਆਂ ਹਨ, ਇਸ ਲਈ ਤੁਹਾਡਾ ਦਿਲ ਸ਼ੋਕ ਦੇ ਨਾਲ ਭਰ ਗਿਆ ਹੈ। ਪਰ ਮੈਂ ਤੁਹਾਨੂੰ ਸੱਚ ਸੱਚ ਕਹਿੰਦਾ ਹਾਂ ਕਿ ਮੇਰਾ ਜਾਣਾ ਤੁਹਾਡੇ ਲਈ ਲਾਭ ਬੰਦਾ ਹੈ, ਕਿ ਮੈਂ ਜਾ ਰਿਹਾ ਹਾਂ, ਕਿਉਂਕਿ ਮੈਂ ਨਾ ਜਾਵਾਂਗਾ ਤਾਂ ਮਦਦਗਾਰ ਤੁਹਾਡੇ ਕੋਲ ਨਹੀਂ ਆਵੇਗਾ। ਪਰ ਜੇਕਰ ਮੈਂ ਜਾਵਾਂਗਾ ਤਾਂ ਮੈਂ ਉਸ ਨੂੰ ਤੁਹਾਡੇ ਕੋਲ ਘੱਲਾਂਗਾ। ਜਦੋਂ ਉਹ ਆਵੇਗਾ ਤਾਂ ਉਹ ਦੁਨੀਆ ਨੂੰ ਪਾਪ ਦੇ ਬਾਰੇ, ਧਾਰਮਿਕਤਾ ਦੇ ਬਾਰੇ ਅਤੇ ਨਿਆਂ ਦੇ ਬਾਰੇ ਦੋਸ਼ੀ ਠਹਿਰਾਏਗਾ। ਪਾਪ ਦੇ ਬਾਰੇ ਕਿਉਂਕਿ ਉਹ ਮੇਰੇ ਉੱਤੇ ਵਿਸ਼ਵਾਸ ਨਹੀਂ ਕਰਦੇ। ਕਾਰਨ ਕੀ ਹੈ? ਪਾਪ ਦਾ ਹੋਰ ਕੋਈ ਇਲਾਜ ਹੈ ਨਹੀਂ। ਅਗਰ ਤੁਸੀਂ ਅਵਤਾਰਾਂ ਦੇ ਵਿੱਚ ਵੀ ਵਿਸ਼ਵਾਸ ਕਰਦੇ ਆ, ਜਿੱਥੋਂ ਅਸੀਂ ਆਏ ਹਾਂ, ਜਿੱਥੋਂ ਮੈਂ ਆਇਆ, ਅਸੀਂ ਅਵਤਾਰਾਂ ਦੇ ਵਿੱਚ ਵੀ ਵਿਸ਼ਵਾਸ ਕਰਦੇ ਹਾਂ। ਕੋਈ ਅਵਤਾਰ ਸਾਡਾ ਪਾਪ ਮਾਫ ਕਰਨ ਨਹੀਂ ਆਇਆ, ਬਲਕਿ ਸਾਨੂੰ ਪਾਪ ਦੀ ਸਜ਼ਾ ਦੇਣ ਆਇਆ। ਜਦੋਂ ਜਦੋਂ ਧਰਮ ਤੇ ਭਾਰੀ ਪੈਂਦੀ ਆ ਔਰ ਪਾਪ ਵੱਧਦਾ, ਤਾਂ ਪਰਮੇਸ਼ਵਰ ਆਉਂਦਾ ਪਾਪੀ ਦਾ ਨਾਸ਼ ਕਰਨ ਦੇ ਲਈ ਔਰ ਧਰਮ ਦੀ ਸੰਸਥਾਪਨਾ ਕਰਨ ਦੇ ਲਈ। ਭਗਵਤ ਗੀਤਾ ਚੌਥਾ ਪਾਪ। ਪਰ ਪ੍ਰਭੂ ਯਿਸੂ ਮਸੀਹ ਕਹਿੰਦਾ, ਮੈਂ ਇਸ ਲਈ ਆਇਆ, ਮੈਂ ਸੇਵਾ ਕਰਵਾਉਣ ਦੇ ਲਈ ਨਹੀਂ ਆਇਆ, ਬਲਕਿ ਸੇਵਾ ਕਰਨ ਦੇ ਲਈ ਆਇਆ, ਔਰ ਬਹੁਤਿਆਂ ਦੇ ਪਾਪਾਂ ਦੇ ਲਈ ਆਪਣੀ ਜਾਨ ਦੇਣ ਆਇਆ। ਮੈਂ ਪਾਪੀਆਂ ਨੂੰ ਲੱਭਣ ਤੇ ਬਚਾਉਣ ਆਇਆ। ਪਰਮੇਸ਼ਵਰ ਨੇ ਜਗਤ ਦੇ ਨਾਲ ਇੰਨਾ ਪਿਆਰ ਕੀਤਾ ਕਿ ਉਸਨੇ ਆਪਣਾ ਇਕਲੌਤਾ ਪੁੱਤਰ ਦੇ ਦਿੱਤਾ, ਜੋ ਕੋਈ ਉਸ ਤੇ ਵਿਸ਼ਵਾਸ ਲਿਆਏ ਨਾਸ਼ ਨਾ ਹੋਏ, ਪਰ ਸਦਾ ਦੀ ਜ਼ਿੰਦਗੀ ਪਾਏ। ਪਾਪ ਦੇ ਲਈ, ਕਿਉਂਕਿ ਉਹਨਾਂ ਨੇ ਮੇਰੇ ਤੇ ਵਿਸ਼ਵਾਸ ਨਹੀਂ ਕੀਤਾ। ਮੈਂ ਪਾਪ ਦੀ ਸਜ਼ਾ ਆ, ਮੈਂ ਪਾਪ ਦੀ ਸਜ਼ਾ ਆਪਣੇ ਉੱਪਰ ਲੈਣ ਆਇਆ। ਮੈਂ ਜਿਹੜਾ ਮੇਰੇ ਕੋਲ ਆ ਕੇ ਆਪਣਾ ਪਾਪ ਮੇਰੀ ਝੋਲੀ ਦੇ ਵਿੱਚ ਪਾਏਗਾ, ਮੈਂ ਉਸ ਨੂੰ ਸਵੀਕਾਰ ਕਰੂੰਗਾ ਔਰ ਉਸ ਇਨਸਾਨ ਨੂੰ ਪਾਪ ਤੋਂ ਆਜ਼ਾਦ ਕਰੂੰਗਾ। ਉਸ ਦੇ ਕੀਤੇ ਹੋਏ ਪਾਪ, ਉਸ ਦਾ ਜਿਹੜਾ ਉਹ ਪਾਪ ਕਰ ਰਿਹਾ, ਉਸ ਦੇ ਆਉਣ ਵਾਲੇ ਪਾਪ, ਸਾਰਿਆਂ ਨੂੰ ਮੈਂ ਆਪਣੀ ਝੋਲੀ 'ਚ ਪਾਊਂਗਾ ਔਰ ਮੈਂ ਉਹਨਾਂ ਨੂੰ ਮਾਫ ਕਰੂੰਗਾ। ਮੇਰੀ ਗੱਲ ਸਮਝ ਆ ਰਹੀ ਮੈਂ ਕੀ ਕਹਿ ਰਿਹਾ? ਉਹਨਾਂ ਨੇ ਮੇਰੇ ਤੇ ਵਿਸ਼ਵਾਸ ਨਹੀਂ ਕੀਤਾ ਧਾਰਮਿਕਤਾ ਦੇ ਬਾਰੇ, ਕਿਉਂਕਿ ਮੈਂ ਪਿਤਾ ਦੇ ਕੋਲ ਜਾ ਰਿਹਾ ਹਾਂ ਔਰ ਥੋੜੀ ਦੇਰ ਦੇ ਪਿੱਛੋਂ ਤੁਸੀਂ ਮੈਨੂੰ ਨਹੀਂ ਦੇਖੋਗੇ। ਧਾਰਮਿਕਤਾ ਦੇ ਬਾਰੇ, ਇਹਨਾਂ ਚੀਜ਼ਾਂ ਦੇ ਬਾਰੇ ਉਹ ਦੋਸ਼ੀ ਠਹਿਰਾਏਗਾ, ਕਿਉਂਕਿ ਜਿਸਲੇ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਮੈਂ ਜਾਊਂਗਾ ਤੇ ਉਹ ਆਪਣੀ ਧਾਰਮਿਕਤਾ ਲੈ ਕੇ ਆਉਣਗੇ, ਉਹਨਾਂ ਦੀ ਜਿਹੜੀ ਧਾਰਮਿਕਤਾ ਉਹ ਫਟੇ ਹੋਏ ਕੱਪੜਿਆਂ ਦੇ ਬਰਾਬਰ ਹੋਏਗੀ, ਗਲੀਆਂ ਖਜੂਰਾਂ ਵਰਗੀ ਹੋਏਗੀ, ਗਲਿਓ ਫਲਾਂ ਦੇ ਬਰਾਬਰ ਹੋਏਗੀ। ਇੰਨੀ ਕੁ ਧਾਰਮਿਕਤਾ ਉਹਨਾਂ ਦੇ ਕੋਲ ਹੋਏਗੀ, ਕਿਉਂਕਿ ਜਦ ਮੇਰੀ ਧਾਰਮਿਕਤਾ ਦੇ ਨਾਲ ਉਹਨਾਂ ਦੀ ਧਾਰਮਿਕਤਾ ਜੋਖੀ ਜਾਏਗੀ ਤਾਂ ਉਹਨਾਂ ਦੇ ਪੱਲੇ ਕੁਛ ਨਹੀਂ ਹੋਏਗਾ। ਤੀਸਰੀ ਚੀਜ਼, ਪ੍ਰਭੂ ਨੇ ਜਿਹੜੀ ਚੀਜ਼ ਕਹੀ ਆ ਨਿਆਂ ਦੇ ਬਾਰੇ, ਕਿਉਂਕਿ ਇਸ ਦੁਨੀਆ ਦਾ ਸਰਦਾਰ ਦੋਸ਼ੀ ਠਹਿਰਾਇਆ ਜਾ ਚੁੱਕਾ ਹੈ। ਨਿਆਂ ਦੇ ਬਾਰੇ ਵਚਨ 'ਚ ਪੜ੍ਹ ਕੇ ਦੇਖੋ, ਜਗ੍ਹਾ ਜਗ੍ਹਾ ਤੇ ਜਿੱਥੇ ਕਿਤੇ ਵੀ ਅਯੂਬ ਜਿਸ ਲਈ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਖੜਾ, ਤੇ ਕੌਣ ਉਸ ਦੀਆਂ ਗੱਲਾਂ ਕਰ ਰਿਹਾ? ਉਸ ਦੇ ਬਾਰੇ ਸ਼ੈਤਾਨ ਕਰ ਰਿਹਾ। ਲੈ ਤੋ ਆਪਣਾ ਹੱਥ ਤਾਂ ਚੁੱਕ ਕੇ ਦੇਖੀਏ ਕੀ ਕਰਦਾ। ਜਿਸ ਲਈ ਅਸੀਂ ਜ਼ਕਰਿਆ ਨਬੀ ਦੇ ਵਿੱਚ ਆਉਂਦੇ ਹਾਂ ਤੇ ਉੱਥੇ ਇੱਕ ਪ੍ਰਭੂ ਦਾ ਨਬੀ ਖੜਾ ਆ, ਇੱਕ ਪ੍ਰਭੂ ਦਾ ਪ੍ਰੀਸਟ ਖੜਾ ਆ, ਔਰ ਉਹਦੇ ਉੱਤੇ ਸ਼ੈਤਾਨ ਦੋਸ਼ ਲਾ ਰਿਹਾ। ਕਹਿੰਦਾ ਨਿਆਂ ਦੇ ਬਾਰੇ, ਕਿਉਂਕਿ ਉਹ ਖੁਦ ਵੀ ਦੋਸ਼ੀ ਠਹਿਰਾਇਆ ਜਾ ਚੁੱਕਾ ਔਰ ਉਹ ਹੁਣ ਹਰੇਕ ਦਾ ਦੋਸ਼ ਗਿਣੇਗਾ। ਤੁਸੀਂ ਕਦੀ ਕਿਸੇ ਦਾ ਦੋਸ਼, ਕਦੀ ਕਿਸੇ ਦੀ ਗਲਤੀ ਕੱਢ ਕੇ ਦੇਖਿਓ। ਜਿਸਲੇ ਤੁਸੀਂ ਕਿਸੇ ਦੀ ਗਲਤੀ ਕੱਢੋਗੇ ਉਹ 10 ਤੁਹਾਡੀਆਂ ਦੱਸੇਗਾ। ਉਹ ਇਸ ਵੇਲੇ ਤੜਫਿਆ ਪਿਆ ਔਰ ਉਹ ਨਿੱਕੀ ਨਿੱਕੀ ਚੀਜ਼ ਦਾ ਹਿਸਾਬ ਰੱਖ ਰਿਹਾ ਔਰ ਪਰਮੇਸ਼ਵਰ ਦੇ ਸਾਹਮਣੇ ਸਾਰਾ ਦੋਸ਼ ਉਹ ਪ੍ਰਗਟ ਕਰੇਗਾ ਹਰੇਕ ਇਨਸਾਨ ਦਾ। ਮੈਂ ਤੁਹਾਨੂੰ ਹੋਰ ਕੁਝ ਨਹੀਂ ਕਹਿਣਾ ਹੈ,
ਪਰ ਇਸ ਵੇਲੇ ਤੁਹਾਡੇ ਕੋਲ ਸਹਿਨ ਕਰਨ ਦੀ ਸ਼ਕਤੀ ਤੁਹਾਡੇ ਵਿੱਚ ਨਹੀਂ ਹੈ। ਪਰ ਜਦੋਂ ਸੱਤ ਦਾ ਆਤਮਾ ਆਵੇਗਾ ਤਾਂ ਉਹ ਤੁਹਾਨੂੰ ਸੰਪੂਰਨ ਸੱਤ ਦੇ ਵੱਲ ਲੈ ਜਾਵੇਗਾ। 2 ਵਾਰੀ ਆਇਆ ਨਾ ਸੱਤ ਦਾ ਆਤਮਾ। ਜਦੋਂ ਉਹ ਸਤਿਗੁਰੂ ਆਏਗਾ, ਸਤਿਗੁਰੂ ਕੌਣ ਆ? ਪਵਿੱਤਰ ਆਤਮਾ। ਪਵਿੱਤਰ ਆਤਮਾ ਜਦ ਇਸ ਧਰਤੀ ਤੇ ਪ੍ਰਭੂ ਯਿਸੂ ਸੀ ਤਾਂ ਉਹ ਸਤਿਗੁਰੂ ਸੀ। ਪ੍ਰਭੂ ਯਿਸੂ ਮਸੀਹ ਨੇ ਕਿਹਾ, ਮੈਂ ਹੀ ਸੱਤ, ਮੈਂ ਹੀ ਰਾਹ ਤੇ ਮੈਂ ਹੀ ਜ਼ਿੰਦਗੀ ਹਾਂ। ਗੁਰੂ ਜਿਹੜਾ ਹੁੰਦਾ, ਗੁਰੂ 2 ਅਕਸ਼ਰਾਂ ਦੀ ਸੰਧੀ ਹੈ। ਮੈਂ ਤੁਹਾਨੂੰ ਕਿੰਨੀ ਵਾਰ ਦੱਸ ਚੁੱਕਾ, ਲੇਕਿਨ ਮੈਂ ਇਸ ਨੂੰ ਫਿਰ ਤੁਹਾਡੇ ਅੱਗੇ ਲਿਆਉਣਾ ਮੰਗਦਾ। ਗੁਰੂ 2 ਅਕਸ਼ਰਾਂ ਦੀ ਸੰਧੀ ਆ। ਇਟਸ ਅ ਕੰਬੀਨੇਸ਼ਨ ਆਫ 2 ਵਰਡਸ। ਵਨ ਇਜ਼ GU ਗੂ ਐਂਡ ਅਦਰ ਵਨ ਇਜ਼ ਰੂ। ਰੂ ਹੁੰਦੀ ਹੈਗੀ ਆ ਰੋਸ਼ਨੀ, ਗੂ ਹੁੰਦਾ ਹੈਗੀ ਆ ਹਨੇਰਾ। ਸਤਿਗੁਰੂ ਉਹ ਹੁੰਦਾ, ਗੁਰੂ ਉਹ ਹੁੰਦਾ ਜਿਹੜਾ ਕਿਸੇ ਨੂੰ ਹਨੇਰੇ ਦੇ ਵਿੱਚੋਂ ਕੱਢ ਕੇ ਰੋਸ਼ਨੀ ਦੇ ਵਿੱਚ ਲੈ ਜਾਏ, ਉਸ ਨੂੰ ਗੁਰੂ ਕਿਹਾ ਜਾਂਦਾ। ਸਤਿਗੁਰੂ ਦਾ ਮਤਲਬ ਕਿ ਜਿਹੜਾ ਸੱਤ ਉਹ ਆ ਜਿਹੜਾ ਪਰਮੇਸ਼ਰ ਦੇ ਕੋਲੋਂ ਆਉਂਦਾ। ਪ੍ਰਭੂ ਯਿਸੂ ਮਸੀਹ ਨੇ ਕਿਹਾ, ਮੈਂ ਜਗਤ ਦਾ ਚਾਨਣ ਹਾਂ। ਜੋ ਮੇਰੇ ਪਿੱਛੇ ਚੱਲੇਗਾ ਉਹ ਹਨੇਰੇ ਦੇ ਵਿੱਚ ਨਹੀਂ ਰਹੇਗਾ, ਬਲਕਿ ਜੀਵਨ ਦਾ ਚਾਨਣ ਪ੍ਰਾਪਤ ਕਰੇਗਾ। ਮੈਂ ਜਗਤ ਦਾ ਚਾਨਣ ਹਾਂ, ਮੈਂ ਤੁਹਾਨੂੰ ਹਨੇਰੇ ਦੇ ਵਿੱਚੋਂ ਕੱਢ ਕੇ ਰੋਸ਼ਨੀ ਦੇ ਵਿੱਚ ਲੈ ਜਾਊਂਗਾ। ਮੈਂ ਸਤਿਗੁਰੂ ਹਾਂ। ਸਤਿਗੁਰੂ ਲੱਭਦੇ ਪਏ ਹੋ? ਪ੍ਰਭੂ ਯਿਸੂ ਆ, ਕਿਉਂਕਿ ਉਸਨੇ ਆਪਣੇ ਬਾਰੇ ਇਹ ਕਿਹਾ ਆ, ਉਸਨੇ ਆਪਣੇ ਬਾਰੇ ਇਹ ਦਾਅਵਾ ਕੀਤਾ ਆ। ਕਿਸੇ ਹੋਰ ਨੇ ਇਹ ਦਾਅਵਾ ਨਹੀਂ ਕੀਤਾ। ਪ੍ਰਭੂ ਯਿਸੂ ਮਸੀਹ ਨੇ ਆਪਣੇ ਬਾਰੇ ਇਹ ਦਾਅਵਾ ਕੀਤਾ ਹੈ ਕਿ ਮੈਂ ਸਤਿਗੁਰੂ ਹਾਂ। ਜਿਹੜਾ ਮੇਰੇ ਪਿੱਛੇ ਚੱਲੇਗਾ ਉਹ ਹਨੇਰੇ 'ਚ ਨਹੀਂ ਰਹੇਗਾ, ਬਲਕਿ ਉਹ ਜ਼ਿੰਦਗੀ ਦਾ ਚਾਨਣ ਪ੍ਰਾਪਤ ਕਰੇਗਾ। ਪ੍ਰਭੂ ਯਿਸੂ ਕਹਿੰਦੇ, ਮੈਂ ਜਦੋਂ ਸੱਤ ਦਾ ਆਤਮਾ ਆਵੇਗਾ ਤਾਂ ਉਹ ਤੁਹਾਨੂੰ ਪੂਰਨ ਸੱਤ ਦੇ ਵੱਲ ਲੈ ਚੱਲੇਗਾ। ਉਹ ਆਪਣੇ ਵੱਲੋਂ ਕੁਝ ਨਹੀਂ ਬੋਲੇਗਾ, ਪਰ ਉਹ ਉਹੀ ਕਹੇਗਾ ਜੋ ਸੁਣੇਗਾ ਅਤੇ ਅੱਗੇ ਹੋਣ ਵਾਲੀਆਂ ਗੱਲਾਂ ਦੱਸੇਗਾ। ਉਹ ਮੇਰੀ ਹੀ ਵਡਿਆਈ ਕਰੇਗਾ, ਕਿਉਂਕਿ ਜੋ ਮੇਰਾ ਹੈ ਉਹ ਉਸ ਨੂੰ ਲਵੇਗਾ ਅਤੇ ਤੁਹਾਨੂੰ ਦੱਸੇਗਾ। ਸੋ ਜਿਸਲੇ ਪਵਿੱਤਰ ਆਤਮਾ ਆਏਗਾ ਤਾਂ ਪਵਿੱਤਰ ਆਤਮਾ ਆਪਣੇ ਬਾਰੇ ਗੱਲ ਨਹੀਂ ਕਰਦਾ, ਉਹ ਪ੍ਰਭੂ ਯਿਸੂ ਬਾਰੇ ਗੱਲ ਕਰਦਾ, ਕਿਉਂਕਿ ਸਤਿਗੁਰੂ ਪ੍ਰਭੂ ਯਿਸੂ ਆ। ਸਤਿਗੁਰੂ ਪ੍ਰਭੂ ਯਿਸੂ ਆ। ਉਹ ਸੱਤ ਬੋਲੇਗਾ, ਉਹ ਆਪਣੀ ਵਡਿਆਈ ਨਹੀਂ ਕਰੇਗਾ, ਬਲਕਿ ਉਹ ਪ੍ਰਭੂ ਯਿਸੂ ਦੀ ਵਡਿਆਈ ਕਰੇਗਾ। ਉਹ ਸਾਡਿਆਂ ਮੂੰਹਾਂ ਦੇ ਵਿੱਚ ਪ੍ਰਭੂ ਯਿਸੂ ਦੀ ਵਡਿਆਈ ਪਾਏਗਾ। ਸਾਡੇ ਮੂੰਹ ਦੇ ਵਿੱਚੋਂ ਯਿਸੂ ਦਾ ਨਾਮ ਨਿਕਲੇਗਾ। ਸਾਡੀ ਆਤਮਾ ਦੇ ਵਿੱਚ ਯਿਸੂ ਦੀ ਹਜ਼ੂਰੀ ਆਏਗੀ। ਜਦ ਉਹ ਆਏਗਾ ਤੇ ਉਹ ਆਪਣੀ ਵਡਿਆਈ ਨਹੀਂ ਕਰੇਗਾ, ਆਪਣੇ ਵੱਲੋਂ ਕੁਝ ਨਹੀਂ ਬੋਲੇਗਾ। ਉਹ ਆਪਣੇ ਬਾਰੇ ਸਾਨੂੰ ਕੱਖ ਨਹੀਂ ਦੱਸੇਗਾ ਕਿ ਮੈਂ ਕੌਣ ਹਾਂ, ਬਲਕਿ ਉਹ ਯਿਸੂ ਨੂੰ ਸਾਡੇ ਅੰਦਰ ਚਮਕਾਏਗਾ। ਯਿਸੂ ਨੂੰ ਸਾਡੀ ਸਾਰੀ ਇਨਸਾਨੀਅਤ ਦੇ ਵਿੱਚੋਂ ਦੀ ਦਿਖਾਏਗਾ। ਵਚਨ ਕੀ ਕਹਿ ਰਿਹਾ? ਕਹਿੰਦਾ, ਉਹ ਮੇਰੀ ਹੀ ਵਡਿਆਈ ਕਰੇਗਾ, ਕਿਉਂਕਿ ਜੋ ਕੁਝ ਮੇਰਾ ਹੈ ਉਸ ਨੂੰ ਲਵੇਗਾ ਅਤੇ ਉਸ ਨੂੰ ਲਵੇਗਾ ਅਤੇ ਦੱਸੇਗਾ। ਸਭ ਕੁਝ ਜੋ ਕੁਝ ਪਿਤਾ ਦਾ ਹੈ ਮੇਰਾ ਹੀ ਹੈ। ਸਭ ਕੁਝ ਜੋ ਕੁਝ ਪਿਤਾ ਦਾ ਹੈ ਮੇਰਾ ਹੀ ਹੈ। ਇਸੇ ਕਾਰਨ ਮੈਂ ਕਿਹਾ ਕਿ ਆਤਮਾ ਜੋ ਕੁਝ ਮੇਰਾ ਹੈ ਉਸ ਨੂੰ ਲਵੇਗਾ ਅਤੇ ਤੁਹਾਨੂੰ ਦੱਸੇਗਾ। ਅਸੀਂ ਮਿੱਟੀ ਦੇ ਭਾਂਡੇ ਹਾਂ ਔਰ ਪ੍ਰਭੂ ਦਾ ਖਜ਼ਾਨਾ ਸਾਡੇ ਅੰਦਰ ਪਾਇਆ ਗਿਆ। ਇਹ ਅਸੀਂ 2 ਵੀਕਾਂ ਪਹਿਲਾਂ ਅਸੀਂ ਇਹ ਪ੍ਰਭੂ ਦਾ ਵਚਨ ਦੇਖਿਆ ਸੀ। ਅਸੀਂ ਮਿੱਟੀ ਦੇ ਭਾਂਡੇ ਆ। ਪ੍ਰਭੂ ਦਾ ਇਹ ਖਜ਼ਾਨਾ ਸਾਡੇ ਅੰਦਰ ਪਾਇਆ ਗਿਆ। ਇਹਨਾਂ ਮਿੱਟੀ ਦੇ ਭਾਂਡਿਆਂ ਨੂੰ ਅਸੀਂ ਨਹੀਂ ਚੁਣਿਆ। ਅਸੀਂ ਨਹੀਂ ਕਿਹਾ ਕਿ ਪ੍ਰਭੂ ਤੂੰ ਸਾਡੇ ਅੰਦਰ ਆ। ਪ੍ਰਭੂ ਦਾ ਵਚਨ ਅਸੀਂ ਪਿਛਲੇ ਹਫ਼ਤੇ ਦੇਖਿਆ ਸੀਗਾ ਕਿ ਅਸੀਂ ਨਹੀਂ, ਬਲਕਿ ਪ੍ਰਭੂ ਨੇ ਸਾਨੂੰ ਚੁਣਿਆ। ਇਸ ਕਰਕੇ ਚੁਣਿਆ ਕਿ ਉਹ ਆਪਣਾ ਆਤਮਾ ਦਾ ਖਜ਼ਾਨਾ ਸਾਡੇ ਅੰਦਰ ਪਾਏ ਔਰ ਅਸੀਂ ਫਲਦਾਰ ਹੋਈਏ। ਔਰ ਅੱਜ ਦੇ ਵਚਨ ਦੇ ਵਿੱਚ ਅਸੀਂ ਇਹ ਚੀਜ਼ ਦੇਖੀ ਆ
कि प्रभु यसू इस खजाने दे राही साडे नाल वड्डे वड्डे काम करेगा। प्रभु दा ओ खजाना जो साडे अंदर आया, साडे अंदरों प्रभु यसू मसीह नूं चमकाएगा। प्रभु दी शख्सियत साडे अंदरों चमकेगी। प्रभु दे काम साडी जिंदगी दे राही होणगे। इन्हां हत्थां दे राही प्रभु दे काम होणगे। ये पैर प्रभु दे रस्तियां ते चलांगे। ये सोच प्रभु दी सोचां सोचेगी। ये मुंह प्रभु दा संदेश लैके जाएगा। ये मुंह अपने बारे नहीं बोलेगा कि मैं कौन, बल्कि यसू बारे बोलेगा कि ओ कौन। और फिर उस दियां चुनियां हुई भेडां जो शहर दे विच आ, प्रभु यसू मसीह ने कहा कि मेरियां होर भी बहुत भेडां हैं जो इस गल्ले दे विच नहीं, पर वो आउणगियां। फिर एक ही गल्ला होएगा और एक ही गल्लेवान, और वो प्रभु यसू है। और वो फल प्रभु साडे तो पैदा करेगा। वो फल प्रभु साडे तो पैदा करेगा। प्रभु दे अगे दुआ करो कि प्रभु जी मैं घटां तू बधे, तू बधे इस जिस्म च, तू बधे मैं घटां, तू चमके। और तेरे राही मेरी अपनी जिंदगी सुथरे, और जिन्हां तक मैं तेरा वचन लैके जावां उन्हां तक तेरा आत्मा पहुंचे और फल पैदा होए। मिट्टी दे भांडियां दे विच ये खजाना इस करके पाया गया कि असीं इस खजाने नूं वंडीए। इस आत्मा दे खजाने नूं वंडीए, और जिस दे नाल साडे प्रभु दी महिमा होए। आमीन।